प्यारे बच्चों, इस वीडियो ਲੈਕਚਰ ਵਿੱਚ ਆਪਾਂ ਤੁਹਾਡੇ ਜੋ ਮੇਨ ਕੋਰਸ ਬੁੱਕ ਦਾ 3rd ਚੈਪਟਰ ਹੈ ਸੀਕ੍ਰੇਟ ਆਫ ਹੈਪੀਨੈਸ, ਇਸ ਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਮੈਂ ਤੁਹਾਨੂੰ ਲਾਈਨ ਟੂ ਲਾਈਨ ਕੁਐਸਚਨ ਆਨਸਰਸ ਦੀ ਪੰਜਾਬੀ ਕਰਵਾਵਾਂਗਾ ਤੇ ਆਸ ਕਰਦਾ ਹਾਂ ਕਿ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕੁਐਸਚਨ ਆਨਸਰ ਸਮਝ ਲੱਗ ਜਾਣਗੇ। ਫਸਟ ਕੁਐਸਚਨ ਹੈ ਬੇਟਾ, ਵਿਚ ਇਜ਼ ਦਾ ਗ੍ਰੇਟੈਸਟ ਡੇ ਇਨ ਐਨੀ ਇੰਡੀਵਿਜੂਅਲਸ ਲਾਈਫ? ਕਿਹੜਾ ਹੈ ਸਭ ਤੋਂ ਮਹਾਨ ਦਿਨ ਕਿਸੇ ਵਿਅਕਤੀ ਦੇ ਜੀਵਨ ਵਿੱਚ? ਕਿਸੇ ਵਿਅਕਤੀ ਦੇ ਜੀਵਨ ਵਿੱਚ ਸਭ ਤੋਂ ਮਹਾਨ ਦਿਨ ਕਿਹੜਾ ਹੁੰਦਾ ਹੈ? ਆਨਸਰ ਦੇਖੋ, ਇਟ ਇਜ਼, ਇਹ ਹੈ। ਕਿਹੜਾ ਹੈ? when the individual begins, ਜਦੋਂ ਕੋਈ ਵਿਅਕਤੀ ਸ਼ੁਰੂ ਕਰ ਦਿੰਦਾ ਹੈ for the first time, ਪਹਿਲੀ ਵਾਰ to realize himself, ਆਪਣੇ ਬਾਰੇ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ। ਸਭ ਤੋਂ ਮਹਾਨ ਦਿਨ ਕਿਹੜਾ ਹੁੰਦਾ ਕਿਸੇ ਵਿਅਕਤੀ ਦੇ ਜੀਵਨ ਵਿੱਚ? ਜਦੋਂ ਉਹ ਪਹਿਲੀ ਵਾਰ ਆਪਣੇ ਬਾਰੇ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਉਹ ਕੌਣ ਹੈ, ਕਿੱਥੋਂ ਆਇਆ ਹੈ, ਉਸਦੇ ਜੀਵਨ ਦਾ ਮਕਸਦ ਕੀ ਹੈ। ਜਦ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਨਾ, ਉਹ ਕੀ ਹੁੰਦਾ ਉਸ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹਾਨ ਦਿਨ ਹੁੰਦਾ ਹੈ। ਸੈਕੰਡ ਕੁਐਸਚਨ ਹੈ, what enthralled the student in the psychology class? ਕਿਹੜੀ ਗੱਲ ਨੇ ਵਿਦਿਆਰਥੀ ਨੂੰ ਰੋਮਾਂਚਿਤ ਕਰ ਦਿੱਤਾ ਸਾਈਕੋਲੋਜੀ ਦੀ ਕਲਾਸ ਦੇ ਵਿੱਚ? ਐਂਥਰੋਲਡ ਹੁੰਦਾ ਬੇਟਾ ਰੋਮਾਂਚਿਤ ਕਰ ਦੇਣਾ, ਬਹੁਤ ਜ਼ਿਆਦਾ ਪ੍ਰਭਾਵਿਤ ਕਰਨਾ। ਆਨਸਰ ਹੈ, the professor in the psychology class said that, ਪ੍ਰੋਫੈਸਰ ਸੀ ਜੋ ਸਾਈਕੋਲੋਜੀ ਕਲਾਸ ਦੇ ਵਿੱਚ, ਉਹਨਾਂ ਨੇ ਕੀ ਕਿਹਾ ਕਿ ਇੱਕ ਐਵਰੇਜ ਮੈਨ ਹੈ ਜੋ ਐਨ ਐਵਰੇਜ ਮੈਨ ਫੇਲਸ, ਇੱਕ ਐਵਰੇਜ ਮੈਨ, ਨਾ ਬਹੁਤਾ ਹੁਸ਼ਿਆਰ ਨਾ ਬਹੁਤਾ ਨਲਾਇਕ, ਜੋ ਐਵਰੇਜ ਮੈਨ ਹੁੰਦਾ ਹੈ ਉਹ ਅਸਫਲ ਹੁੰਦਾ ਹੈ ਬਿਕੋਜ਼ ਹੀ ਡਜ਼ ਨਾਟ ਲਰਨ, ਕਿਉਂਕਿ ਉਹ ਨਹੀਂ ਸਿੱਖਦਾ ਟੂ ਕੰਟਰੋਲ ਹਿਜ਼ ਪਾਵਰਸ, ਆਪਣੀਆਂ ਪਾਵਰਸ ਨੂੰ ਕੰਟਰੋਲ ਕਰਨਾ ਨਹੀਂ ਸਿੱਖਦਾ। The student thought this very thing was the cause of his own failures, ਵਿਦਿਆਰਥੀ ਨੇ ਕੀ ਸੋਚਿਆ ਕਿ ਇਹੀ ਗੱਲ ਕੀ ਸੀ, ਇਹੀ ਗੱਲ ਜੋ ਸੀ ਕਿ ਉਹ ਵੀ ਆਪਣੀਆਂ ਪਾਵਰਸ ਨੂੰ ਕੰਟਰੋਲ ਨਹੀਂ ਕਰਦਾ ਸੀ, ਕਿ ਇਹੀ ਗੱਲ ਕਾਰਨ ਸੀ ਉਸਦੀਆਂ ਅਸਫਲਤਾਵਾਂ ਦਾ, ਵੀ ਇਹੀ ਗੱਲ ਕਾਰਨ ਸੀ ਕਿ ਉਹ ਵੀ ਆਪਣੀਆਂ ਜੋ ਪਾਵਰਸ ਹਨ ਉਹਨਾਂ ਨੂੰ ਕੰਟਰੋਲ ਨਹੀਂ ਕਰਦਾ। ਇਸ ਗੱਲ ਨੇ ਵਿਦਿਆਰਥੀ ਨੂੰ ਰੋਮਾਂਚਿਤ ਕਰ ਦਿੱਤਾ। ਨੈਕਸਟ ਕੁਐਸਚਨ ਹੈ, ਡਿਡ ਦਾ ਬॉय ਚੇਂਜ ਐਜ਼ ਅ ਰਿਜ਼ਲਟ ਆਫ ਰਿਅਲਾਈਜੇਸ਼ਨ? ਕੀ ਵਿਦਿਆਰਥੀ ਬਦਲਿਆ? ਉਹ ਲੜਕਾ ਜੋ ਸੀ ਕੀ ਚੇਂਜ ਹੋਇਆ, ਉਸ ਵਿੱਚ ਬਦਲਾਵ ਆਏ ਐਜ਼ ਅ ਰਿਜ਼ਲਟ ਆਫ ਰਿਅਲਾਈਜੇਸ਼ਨ? ਜੋ ਇਹ ਆਤਮ ਗਿਆਨ ਹੋ ਗਿਆ, ਉਸਨੂੰ ਆਪਣੀ ਜੋ ਕਮੀ ਸੀ ਉਸਨੂੰ ਪਤਾ ਲੱਗ ਗਈ ਕਿ ਉਸਦੀ ਅਸਫਲਤਾ ਦਾ ਕੀ ਕਾਰਨ ਹੈ, ਜੋ ਸੈਕਿੰਡ ਕੁਐਸਚਨ ਵਿੱਚ ਆਪਾਂ ਪੜ੍ਹ ਕੇ ਆਏ ਹਾਂ, ਕਿ ਉਸ ਰਿਅਲਾਈਜੇਸ਼ਨ, ਉਸ ਆਤਮ ਗਿਆਨ ਦੇ ਨਤੀਜੇ ਦੇ ਵਜੋਂ ਉਹ ਲੜਕਾ ਬਦਲ ਗਿਆ ਸੀ। ਆਨਸਰ ਹੈ ਬੇਟਾ, ਦਾ ਬॉय ਚੇਂਜਡ ਅ ਲੋਟ, ਲੜਕਾ ਬਹੁਤ ਜ਼ਿਆਦਾ ਬਦਲ ਗਿਆ ਸੀ। ਹੀ ਬਿਕੇਮ ਵੈਰੀ ਸਕਸੈਸਫੁਲ, ਉਹ ਬਹੁਤ ਸਫਲ ਹੋ ਗਿਆ। ਇਹ ਦੇਖੋ ਬੇਟਾ, ਜਦ ਕੁਐਸਚਨ ਦੇ ਵਿੱਚ ਡਿਡ ਲਗਾ ਕੇ ਫਸਟ ਫਾਰਮ ਕੀਤੀ ਹੋਵੇ, ਡਿਡ ਦਾ ਬॉय ਚੇਂਜ, ਚੇਂਜ ਫਸਟ ਫਾਰਮ ਹੈ, ਸੈਕੰਡ ਫਾਰਮ ਆਪਾਂ ਕਰ ਦੇਣੀ ਹੈ ਆਨਸਰ ਦੇ ਵਿੱਚ, ਦਾ ਬॉय ਚੇਂਜਡ ਅ ਲੋਟ। ਕੁਐਸਚਨ ਵਿੱਚ ਡਿਡ ਲੱਗਿਆ ਹੋਵੇ ਫਸਟ ਫਾਰਮ ਹੁੰਦੀ ਹੈ, ਪਰ ਆਨਸਰ ਵਿੱਚ ਕੀ ਕਰ ਦੇਣੀ ਆਪਾਂ? ਸੈਕੰਡ ਫਾਰਮ ਕਰ ਦੇਣੀ ਹੈ। ਦਾ ਬॉय ਚੇਂਜਡ ਅ ਲੋਟ, ਲੜਕਾ ਬਹੁਤ ਜ਼ਿਆਦਾ ਬਦਲ ਗਿਆ। ਹੀ ਬਿਕੇਮ ਵੈਰੀ ਸਕਸੈਸਫੁਲ, ਉਹ ਬਹੁਤ ਜ਼ਿਆਦਾ ਸਫਲ ਹੋ ਗਿਆ। ਨੈਕਸਟ ਕੁਐਸਚਨ ਹੈ, what is there in the personality of every man? ਹਰ ਇੱਕ ਵਿਦਿਆਰਥੀ ਦੀ ਸ਼ਖਸੀਅਤ ਵਿੱਚ ਕੀ ਹੁੰਦਾ ਹੈ? ਆਨਸਰ ਹੈ, there is a great store of unused power। ਕੀ ਹੁੰਦਾ ਹੈ? ਬਹੁਤ ਵੱਡਾ ਸਟੋਰ ਹੁੰਦਾ ਹੈ ਇੱਕ ਅਨਯੂਜ਼ਡ ਪਾਵਰ ਦਾ। ਲੈਸਨ ਦੇ ਵਿੱਚ ਬੇਟਾ ਇਹ ਦੱਸਿਆ ਗਿਆ ਹੈ ਕਿ ਅਸੀਂ ਜੇ ਆਪਣੇ ਮੈਂਟਲ ਪਾਵਰ ਦੀ ਗੱਲ ਕਰੀਏ, ਦਿਮਾਗੀ ਸ਼ਕਤੀ ਦੀ ਗੱਲ ਕਰੀਏ, ਤਾਂ ਇੱਕ ਜੋ ਐਵਰੇਜ ਮੈਨ ਹੈ ਉਹ ਸਿਰਫ 20% ਹੀ ਯੂਜ਼ ਕਰਦਾ ਹੈ, ਤੇ ਬਾਕੀ ਜੋ 80% ਉਸਦੀ ਮੈਂਟਲ ਪਾਵਰ ਹੈ ਉਹ ਕੀ ਹੈ? ਫਜ਼ੂਲ ਹੀ ਪਈ ਰਹਿੰਦੀ ਹੈ। ਇਸ ਲਈ ਕੀ ਕਿਹਾ ਗਿਆ ਹੈ ਕਿ ਇੱਕ ਗ੍ਰੇਟ ਸਟੋਰ ਹੁੰਦਾ ਹੈ ਅਨਯੂਜ਼ਡ ਪਾਵਰ ਦਾ, ਜੋ ਇੱਕ ਮਨੁੱਖ ਦੇ ਵਿੱਚ ਪਿਆ ਰਹਿੰਦਾ ਹੈ, ਕਿਉਂਕਿ ਆਪਾਂ ਸਿਰਫ ਇੱਕ 5ਵਾਂ ਹਿੱਸਾ ਹੀ ਵਰਤਦੇ ਹਾਂ ਆਪਣੀ ਪਾਵਰ ਦਾ, ਮੈਂਟਲ ਪਾਵਰ ਦਾ ਸਿਰਫ 20%, 5ਵਾਂ ਹਿੱਸਾ ਕਿੰਨਾ ਹੋ ਗਿਆ? 20%, ਤੇ ਬਾਕੀ ਜੋ ਹੈ ਉਹ ਅਨਯੂਜ਼ਡ ਹੀ ਪਈ ਰਹਿੰਦੀ ਹੈ। ਕੁਐਸਚਨ ਇਹੀ ਸੀ ਬੇਟਾ, what is there in the personality of every man?
ਹਰੇਕ ਆਦਮੀ ਦੀ ਸ਼ਖਸੀਅਤ ਵਿੱਚ ਕੀ ਹੁੰਦਾ ਹੈ, देयर इज अ ग्रेट स्टोर ऑफ अनयूज्ड पावर। फिफ्थ क्वेश्चन है, हाउ कैन वीक पर्सनैलिटीज बिकम स्ट्रॉन्ग। किस तरह जो कमजोर शख्सियतां ਹਨ ਉਹ ਸਟਰੋਂਗ ਕਿਵੇਂ ਬਣ ਸਕਦੀਆਂ ਹਨ, ਸ਼ਕਤੀਸ਼ਾਲੀ ਕਿਵੇਂ ਬਣ ਸਕਦੀਆਂ ਹਨ। ਬੇਟਾ ਵੀਕ ਪਰਸਨੈਲਿਟੀਜ਼ ਕੀ ਹੁੰਦਾ ਹੈ, ਜੋ ਵਿਅਕਤੀ ਜਾਂ ਜੋ ਬੱਚੇ ਇਹੀ ਸੋਚਦੇ ਰਹਿੰਦੇ ਆ ਕਿ ਮੈਂ ਤਾਂ ਇਹ ਕਰ ਹੀ ਨਹੀਂ ਸਕਦਾ, ਉਹਨਾਂ ਨੂੰ ਆਪਾਂ ਵੀਕ ਪਰਸਨੈਲਿਟੀਜ਼ ਕਹਿ ਦਿੰਦੇ ਆ, ਜੋ ਆਪਣੇ ਆਪ ਨੂੰ ਕਿਸੇ ਵੀ ਕਾਰਨ ਘੱਟ ਸਮਝਦੇ ਹਨ। ਹਾਊ ਕੈਨ ਵੀਕ ਪਰਸਨੈਲਿਟੀਜ਼ ਬਿਕਮ ਸਟਰੋਂਗ, ਸਟਰੋਂਗ ਕਿਵੇਂ ਬਣ ਸਕਦੇ ਹਨ ਉਹ। ਆਂਸਰ ਦੇਖੋ, ਐਵਰੀ ਪਰਸਨ ਹੈਜ਼ ਅ ਬਿਗ ਸਟੋਰ ਆਫ ਅਨਯੂਜ਼ਡ ਪਾਵਰ। ਜਿਵੇਂ ਕਿ ਆਪਾਂ ਉੱਤੇ ਪੜ੍ਹ ਕੇ ਆਏ ਆ ਕਿ ਹਰ ਇੱਕ ਵਿਅਕਤੀ ਕੀ ਰੱਖਦਾ ਹੈ, ਇੱਕ ਵੱਡਾ ਸਟੋਰ ਅਨਯੂਜ਼ਡ ਪਾਵਰ ਦਾ। ਬਾਈ ਯੂਜ਼ਿੰਗ ਦਿਸ ਪਾਵਰ, ਇਸ ਪਾਵਰ ਨੂੰ ਵਰਤ ਕੇ ਵੀਕ ਪਰਸਨੈਲਿਟੀਜ਼ ਕੈਨ ਬਿਕਮ ਸਟਰੋਂਗ, ਜੋ ਕਮਜ਼ੋਰ ਸ਼ਖਸੀਅਤਾਂ ਹਨ ਉਹ ਵੀ ਸਟਰੋਂਗ ਬਣ ਸਕਦੀਆਂ ਹਨ। ਨੈਕਸਟ ਕੁਐਸਚਨ ਹੈ ਬੇਟਾ 6th ਕੁਐਸਚਨ, ਵਟ ਵੁੱਡ ਚੈਸਟਰਨ ਪ੍ਰੀਚ। ਚੈਸਟਰਨ ਨੇ ਕਿਸ ਗੱਲ ਉੱਤੇ ਭਾਸ਼ਣ ਦਿੱਤਾ ਹੁੰਦਾ, ਕੀ ਸਿੱਖਿਆ ਦਿੱਤੀ ਹੁੰਦੀ, ਇਫ ਹੀ ਹੈਡ ਜਸਟ ਵਨ ਸਰਮਨ ਟੂ ਡਿਲੀਵਰ, ਜੇਕਰ ਉਹ ਕੇਵਲ ਇੱਕ ਧਾਰਮਿਕ ਉਪਦੇਸ਼ ਹੀ ਦੇ ਸਕਦਾ, ਜੇਕਰ ਉਸਨੂੰ ਇੱਕ ਮੌਕਾ ਹੀ ਮਿਲਦਾ ਇੱਕ ਧਾਰਮਿਕ ਉਪਦੇਸ਼ ਦੇਣ ਦਾ, ਤਾਂ ਉਸਨੇ ਕੀ ਸਿੱਖਿਆ ਦਿੱਤੀ ਹੁੰਦੀ, ਕੀ ਧਾਰਮਿਕ ਉਪਦੇਸ਼ ਦਿੱਤਾ ਹੁੰਦਾ। ਆਂਸਰ ਕੀ ਲਿਖਾਂਗੇ ਬੇਟਾ ਆਪਾਂ, ਹੀ ਵੁੱਡ ਪ੍ਰੀਚ ਅਗੇਂਸਟ ਫੀਅਰ, ਉਸਨੇ ਭਾਸ਼ਣ ਦੇਣਾ ਸੀ ਡਰ ਦੇ ਵਿਰੁੱਧ। ਕਿਸ ਚੀਜ਼ ਦੇ ਵਿਰੁੱਧ ਭਾਸ਼ਣ ਦੇਣਾ ਸੀ ਉਸਨੇ, ਡਰ ਦੇ ਵਿਰੁੱਧ। ਐਂਡ ਆਲਸੋ ਟੈਲ ਦਾ ਵੇ ਟੂ ਕੰਕਰ ਇਟ, ਅਤੇ ਉਸਨੇ ਇੱਕ ਢੰਗ ਵੀ ਦੱਸਣਾ ਸੀ ਇਸ ਨੂੰ ਕੰਟਰੋਲ ਕਰਨ ਦਾ, ਇਸ ਨੂੰ ਕਾਬੂ ਵਿੱਚ ਕਰਨ ਦਾ। ਕੰਕਰ ਕੀ ਹੁੰਦਾ ਬੇਟਾ, ਕੰਟਰੋਲ ਕਰਨਾ, ਕਾਬੂ ਵਿੱਚ ਕਰਨਾ। ਹੀ ਵੁੱਡ ਪ੍ਰੀਚ ਅਗੇਂਸਟ ਫੀਅਰ, ਉਸਨੇ ਡਰ ਦੇ ਵਿਰੁੱਧ ਇੱਕ ਸੰਦੇਸ਼ ਦੇਣਾ ਸੀ ਅਤੇ ਉਸ ਉੱਤੇ ਕਾਬੂ ਕਰਨ ਦਾ ਢੰਗ ਵੀ ਦੱਸਦਾ। ਨੈਕਸਟ ਕੁਐਸਚਨ ਹੈ, what are the different types of fears experienced by people। ਕਿਹੜੇ ਹਨ ਅਲੱਗ-ਅਲੱਗ ਕਿਸਮਾਂ ਦੇ ਡਰ ਜੋ ਲੋਕਾਂ ਦੁਆਰਾ ਅਨੁਭਵ ਕੀਤੇ ਜਾਂਦੇ ਹਨ। ਕਿਹੜੇ-ਕਿਹੜੇ ਡਰ ਹਨ ਬੇਟਾ ਜੋ ਅਸੀਂ ਅਨੁਭਵ ਕਰਦੇ ਹਾਂ, ਲੋਕਾਂ ਦੁਆਰਾ ਅਨੁਭਵ ਕੀਤੇ ਜਾਂਦੇ ਹਨ। ਆਂਸਰ ਦੇਖੋ ਬੇਟਾ ਇਹਦਾ, ਪੀਪਲ ਐਕਸਪੀਰੀਅੰਸ ਮੈਨੀ ਟਾਈਪਸ ਆਫ ਫੀਅਰਸ, ਲੋਕ ਅਨੁਭਵ ਕਰਦੇ ਹਨ ਬਹੁਤ ਸਾਰੀਆਂ ਕਿਸਮਾਂ ਦੇ ਡਰ। ਪੀਪਲ ਐਕਸਪੀਰੀਅੰਸ ਮੈਨੀ ਟਾਈਪਸ ਆਫ ਫੀਅਰਸ, ਬਹੁਤ ਸਾਰੀਆਂ ਕਿਸਮਾਂ ਦੇ ਡਰ ਮਹਿਸੂਸ ਕਰਦੇ ਹਨ। ਕੀ ਹਨ, ਥੀਸ ਆਰ ਫਾਈਨੈਂਸ਼ੀਅਲ ਫੀਅਰਸ, ਇਹ ਕੀ ਹਨ, ਵਿੱਤੀ ਡਰ ਹਨ। ਵਿੱਤੀ ਡਰ ਕੀ ਹੁੰਦਾ ਬੇਟਾ, ਪੈਸੇ ਧੇਲੇ ਦੇ ਸੰਬੰਧ ਵਿੱਚ ਡਰ, ਕਿ ਜਿਸ ਤਰ੍ਹਾਂ ਆਪਾਂ ਕਈ ਵਾਰ ਕੀ ਸੋਚ ਲੈਂਦੇ ਹਾਂ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ ਉਸ ਦੇ ਸੰਬੰਧ ਵਿੱਚ ਕਿ ਸਾਡੇ ਪੈਸੇ ਤਾਂ ਨਹੀਂ ਖਤਮ ਹੋ ਜਾਣਗੇ, ਜਾਂ ਹੋਰ ਕੋਈ ਸਾਡੀਆਂ ਲੋੜਾਂ ਹਨ ਉਹਨਾਂ ਦੇ ਸੰਬੰਧ ਵਿੱਚ ਕਿ ਪੈਸਾ ਕਿੱਥੋਂ ਆਵੇਗਾ। ਇਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਫਾਈਨੈਂਸ਼ੀਅਲ ਫੀਅਰਸ ਹੁੰਦੇ ਆ। ਸੈਕੰਡ, ਫੀਅਰਸ ਆਫ ਇਲ ਹੈਲਥ, ਮਾੜੀ ਸਿਹਤ ਦਾ ਡਰ, ਅਸੀਂ ਡਰਦੇ ਰਹਿੰਦੇ ਹਾਂ ਕਿ ਅਸੀਂ ਬਿਮਾਰ ਨਾ ਹੋ ਜਾਈਏ। ਫੀਅਰਸ ਅਬਾਊਟ ਦਾ ਰਿਜ਼ਲਟਸ, ਹੋਰ ਕੀ ਹੁੰਦਾ ਹੈ, ਡਰ ਕਾਸ ਦੇ ਬਾਰੇ ਡਰ, ਅਬਾਊਟ ਦਾ ਰਿਜ਼ਲਟਸ, ਨਤੀਜਿਆਂ ਦੇ ਬਾਰੇ ਡਰ, ਆਫ ਪਾਸਟ ਐਕਟਸ, ਜੋ ਤੁਸੀਂ ਬੀਤੇ ਸਮੇਂ ਦੇ ਵਿੱਚ ਕੋਈ ਕੰਮ ਕੀਤੇ ਉਹਨਾਂ ਦੇ ਨਤੀਜਿਆਂ ਦਾ ਡਰ ਵੀ ਤੁਹਾਨੂੰ ਲੱਗਿਆ ਰਹਿੰਦਾ ਹੈ ਕਿ ਉਸ ਦਾ ਨਤੀਜਾ ਕਿਸ ਤਰ੍ਹਾਂ ਆਵੇਗਾ। ਜੋ ਤੁਸੀਂ ਮੰਨ ਲਓ ਤੁਸੀਂ ਕੋਈ ਗਲਤ ਕੰਮ ਕਰ ਦਿੱਤਾ ਤਾਂ ਉਸ ਦੇ ਇੱਕ ਨਤੀਜੇ ਦਾ ਡਰ ਤੁਹਾਨੂੰ ਹਮੇਸ਼ਾ ਸਤਾਉਂਦਾ ਰਹਿੰਦਾ ਹੈ ਕਿ ਹੁਣ ਇਸ ਦਾ ਰਿਜ਼ਲਟ ਕੀ ਨਿਕਲੇਗਾ। ਐਂਡ ਫੀਅਰਸ ਅਬਾਊਟ ਦਾ ਫਿਊਚਰ, ਅਤੇ ਭਵਿੱਖ ਬਾਰੇ ਵੀ ਡਰ ਹੁੰਦਾ ਸਾਨੂੰ, ਭਵਿੱਖ ਵਿੱਚ ਸਾਡੇ ਨਾਲ ਕੀ ਹੋਵੇਗਾ, ਇਸ ਤਰ੍ਹਾਂ ਦੇ ਵੀ ਡਰ ਮਨੁੱਖਾਂ ਨੂੰ ਲੱਗੇ ਰਹਿੰਦੇ ਹਨ। ਇਸ ਤਰ੍ਹਾਂ ਇਹ ਕਿੰਨੇ ਟਾਈਪ ਦੇ ਜੋ ਫੀਅਰਸ ਹਨ ਦੱਸੇ ਗਏ ਹਨ, ਫਾਈਨੈਂਸ਼ੀਅਲ ਫੀਅਰਸ, ਫੀਅਰਸ ਆਫ ਇਲ ਹੈਲਥ, fears about the results of the past acts, and fears about the future. Next question है, what did the author of Secret of Happiness find? जो लेखक है Secret of Happiness ਦਾ ਉਸਨੇ ਕੀ ਵੇਖਿਆ when he flung open the door, ਜਦੋਂ ਉਸਨੇ ਝਟਕੇ ਨਾਲ ਦਰਵਾਜ਼ੇ ਨੂੰ ਖੋਲ ਦਿੱਤਾ। ਕੀ ਵੇਖਿਆ, ਜਦ ਜੋ ਆਥਰ ਹੈ ਇੱਕ ਜੰਗਲ ਦੇ ਵਿੱਚ ਰੁਕਿਆ ਹੋਇਆ ਸੀ ਤਾਂ ਉੱਥੇ ਇਹ ਘਟਨਾ ਵਾਪਰੀ ਸੀ, ਲੈਸਨ ਦੇ ਵਿੱਚ ਆਪਾਂ ਪੜ੍ਹਿਆ ਹੈ ਇਹ। ਜਦ ਉੱਥੇ ਉਸਨੇ ਝਟਕੇ ਨਾਲ ਦਰਵਾਜ਼ੇ ਨੂੰ ਖੋਲ ਦਿੱਤਾ ਤਾਂ ਉਸਨੇ ਕੀ ਦੇਖਿਆ। ਆਂਸਰ ਹੈ ਬੇਟਾ, ਹੀ ਫਾਊਂਡ
ਹੁਣ ਕੁਐਸਚਨ ਦੇ ਵਿੱਚ ਡਿਡ ਲੱਗਿਆ ਸੀ ਅਤੇ ਫਸਟ ਫਾਰਮ ਕੀਤੀ ਸੀ ਫਾਈਂਡ, ਪਰ ਆਪਾਂ ਆਨਸਰ ਵਿੱਚ ਕੀ ਕਰ ਦੇਣਾ ਹੈ, ਫਾਊਂਡ। ਹੀ ਫਾਊਂਡ ਓਨਲੀ ਅ ਲਿਟਲ ਚਿਪਮੰਕ ਦੇਅਰ। ਉੱਥੇ ਕੀ ਦੇਖਿਆ ਉਸਨੇ, ਕੇਵਲ ਇੱਕ ਛੋਟੀ ਜਿਹੀ ਚਿਪਮੰਕ, ਗਲਹਿਰੀ। ਉਸਨੇ ਇੱਕ ਛੋਟੀ ਜਿਹੀ ਗਲਹਿਰੀ ਦੇਖੀ ਉੱਥੇ। ਇਟ ਰੈਨ ਆਫ ਇਨਟੂ ਦਾ ਡਾਰਕਨੈਸ। ਉਹ ਦੌੜ ਗਈ, ਕਿੱਥੇ ਦੌੜ ਗਈ, ਹਨੇਰੇ ਵਿੱਚ ਦੌੜ ਗਈ। ਐਜ਼ ਦਾ ਆਥਰ ਫਲੰਗ ਦਾ ਡੋਰ ਓਪਨ। ਜਿਉਂ ਹੀ ਲੇਖਕ ਨੇ ਦਰਵਾਜ਼ਾ ਖੋਲ੍ਹਿਆ, ਉਹ ਜੋ ਗਲਹਿਰੀ ਸੀ ਉਹ ਹਨੇਰੇ ਵਿੱਚ ਦੌੜ ਗਈ। ਆਪਾਂ ਲੈਸਨ ਦੇ ਵਿੱਚ ਵੇਖਿਆ ਬੇਟਾ, ਪਰ ਲੇਖਕ ਕੀ ਸੋਚ ਰਿਹਾ ਸੀ ਕਿ ਸ਼ਾਇਦ ਉਸਦੀ ਕੈਬਨ ਦੇ ਬਾਹਰ ਕੀ ਹਨ, ਕੋਈ ਗੈਂਗਸਟਰਸ ਹਨ ਜਿਨ੍ਹਾਂ ਕੋਲੇ ਪਿਸਟਲਸ ਹੋਣਗੇ, ਮਸ਼ੀਨ ਗਨਸ ਹੋਣਗੀਆਂ। ਪਰ ਜਦੋਂ ਉਸਨੇ ਝਟਕੇ ਨਾਲ ਦਰਵਾਜ਼ਾ ਖੋਲ ਦਿੱਤਾ ਸੀ ਤਾਂ ਕੀ ਵੇਖਿਆ ਸੀ, ਇੱਕ ਛੋਟੀ ਜਿਹੀ ਗਲਹਿਰੀ ਸੀ ਜੋ ਕਿ ਡਰ ਕੇ ਹਨੇਰੇ ਵਿੱਚ ਦੌੜ ਗਈ ਸੀ। ਨੈਕਸਟ ਕੁਐਸਚਨ ਹੈ, ਹਾਊ ਕੈਨ ਵਨ ਹੈਵ ਅ ਰੀਅਲ ਐਸਕੇਪ ਫਰੋਮ ਫੀਅਰ। ਕਿਵੇਂ ਸਕਦਾ ਹੈ ਵਨ ਕਿਸ ਨੂੰ ਕਹਿੰਦੇ ਬੇਟਾ, ਅਸੀਂ ਕਿਸੇ ਵਿਅਕਤੀ ਨੂੰ। ਕਿਵੇਂ ਸਕਦਾ ਹੈ ਕੋਈ ਵਿਅਕਤੀ ਪ੍ਰਾਪਤ ਕਰ ਇੱਕ ਅਸਲੀ ਬਚਾਓ, ਰੀਅਲ ਐਸਕੇਪ ਫਰੋਮ ਫੀਅਰ, ਡਰ ਤੋਂ। ਕਿ ਕੋਈ ਵਿਅਕਤੀ ਡਰ ਤੋਂ ਕਿਵੇਂ ਬਚ ਸਕਦਾ ਹੈ। ਆਨਸਰ ਦੇਖੋ, ਵੀ ਮਸਟ ਹੈਵ ਫੇਥ ਇਨ ਗੋਡ। ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ। ਮਸਟ ਬੇਟਾ ਜਦੋਂ ਕੋਈ ਜ਼ੋਰ ਪਾ ਕੇ ਕੋਈ ਗੱਲ ਕਹਿੰਦੇ ਆ ਅਸੀਂ, ਉਦੋਂ ਲੱਗਦਾ ਹੈ। ਵੀ ਮਸਟ ਹੈਵ ਹੁੰਦਾ ਰੱਖਣਾ। ਵੀ ਮਸਟ ਹੈਵ ਫੇਥ ਇਨ ਗੋਡ। ਸਾਨੂੰ ਗੋਡ ਵਿੱਚ, ਪਰਮਾਤਮਾ ਵਿੱਚ ਜ਼ਰੂਰ ਵਿਸ਼ਵਾਸ ਰੱਖਣਾ ਚਾਹੀਦਾ ਹੈ। ਵੀ ਮਸਟ ਹੈਵ ਫੇਥ ਦੈਟ ਵੀ ਆਰ ਨਾਟ ਅਲੋਨ। ਸਾਨੂੰ ਜ਼ਰੂਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ। ਵੀ ਮਸਟ ਹੈਵ ਫੇਥ ਦੈਟ ਗੋਡ ਇਜ਼ ਆਲਵੇਜ਼ ਵਿਦ ਅਸ। ਸਾਨੂੰ ਜ਼ਰੂਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਪ੍ਰਮਾਤਮਾ ਸਾਡੇ ਨਾਲ ਹੈ। ਐਂਡ ਕੇਅਰਸ ਫॉर ਅਸ, ਅਤੇ ਸਾਡੀ ਦੇਖਭਾਲ ਕਰਦਾ ਹੈ। ਸੱਚ ਫੇਥ, ਇਸ ਤਰ੍ਹਾਂ ਦਾ ਵਿਸ਼ਵਾਸ, ਕੈਨ ਗਿਵ ਅਸ, ਸਾਨੂੰ ਕੀ ਦੇ ਸਕਦਾ ਹੈ, ਰੀਅਲ ਪੀਸ ਆਫ ਮਾਈਂਡ, ਅਸਲੀ ਜੋ ਮਨ ਦੀ ਸ਼ਾਂਤੀ ਹੈ। ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ। ਇਸ ਤਰ੍ਹਾਂ ਦਾ ਵਿਸ਼ਵਾਸ ਹੈ ਜੋ ਉਹ ਸਾਨੂੰ ਅਸਲੀ ਮਨ ਦੀ ਸ਼ਾਂਤੀ ਦੇ ਸਕਦਾ ਹੈ। ਐਂਡ ਫਰੀडम ਫਰੋਮ ਆਲ ਫੀਅਰ, ਅਤੇ ਹਰ ਕਿਸਮ ਦੇ ਡਰ ਤੋਂ ਸਾਨੂੰ ਆਜ਼ਾਦੀ ਦੇ ਸਕਦਾ ਹੈ। ਨੈਕਸਟ ਕੁਐਸਚਨ ਹੈ, ਵਟ ਵਾਜ਼ ਦਾ ਪ੍ਰਾਈਸਲੈਸ ਸੀਕ੍ਰੇਟ। ਕੀ ਸੀ ਬੇਸ਼ਕੀਮਤੀ ਰਹੱਸ, ਡਿਸਕਵਰਡ ਬਾਈ ਮਿਸਟਰ ਕਗਾਵਾ। ਜੋ ਮਿਸਟਰ ਕਗਾਵਾ ਦੁਆਰਾ ਖੋਜਿਆ ਗਿਆ ਉਹ ਬੇਸ਼ਕੀਮਤੀ ਰਹੱਸ ਕੀ ਸੀ। ਆਨਸਰ ਹੈ, ਮਿਸਟਰ ਕਗਾਵਾ ਡਿਸਕਵਰਡ ਦੈਟ। ਮਿਸਟਰ ਕਗਾਵਾ ਨੇ ਖੋਜ ਕੀਤੀ ਕਿ ਇਫ ਅ ਪਰਸਨ ਇਮਰਜ ਹਿਮਸੈਲਫ, ਜੇਕਰ ਇੱਕ ਵਿਅਕਤੀ ਸਮੋ ਲਵੇ ਆਪਣੇ ਆਪ ਨੂੰ, ਇਨ ਦਾ ਗ੍ਰੇਸ ਆਫ ਗੋਡ, ਰੱਬ ਦੀ ਕਿਰਪਾ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੀਨ ਕਰ ਲਵੇ, ਫॉर ਅ ਲੌਂਗ ਟਾਈਮ, ਲੰਮੇ ਸਮੇਂ ਦੇ ਲਈ, ਹੀ ਕੈਨ ਗੈਟ ਪੀਸ, ਉਹ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ। ਦੈਟ ਨਥਿੰਗ ਕੈਨ ਡਿਸਟਰੋਏ, ਜਿਸ ਨੂੰ ਕੋਈ ਵੀ ਚੀਜ਼ ਨਸ਼ਟ ਨਹੀਂ ਕਰ ਸਕਦੀ। ਕੀ ਰਹੱਸ ਖੋਜਿਆ ਮਿਸਟਰ ਕਗਾਵਾ ਨੇ, ਕਿ ਜੇਕਰ ਇੱਕ ਵਿਅਕਤੀ ਆਪਣੇ ਆਪ ਨੂੰ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਕਰ ਲੈਂਦਾ ਹੈ ਇੱਕ ਲੰਮੇ ਸਮੇਂ ਤੱਕ, ਤਾਂ ਉਸਨੂੰ ਇੱਕ ਇਹੋ ਜਿਹੀ ਸ਼ਾਂਤੀ ਮਿਲਦੀ ਹੈ ਜਿਸ ਨੂੰ ਕੋਈ ਵੀ ਚੀਜ਼ ਨਸ਼ਟ ਨਹੀਂ ਕਰ ਸਕਦੀ। ਉਸ ਤੋਂ ਅੱਗੇ ਬੇਟਾ ਲੌਂਗ ਆਂਸਰ ਟਾਈਪ ਕੁਐਸਚਨ ਆਪਾਂ ਕਰਨ ਲੱਗੇ ਹਾਂ। ਡਿਸਕ੍ਰਾਈਬ ਇਨ ਯੂਅਰ ਓਨ ਵਰਡਸ, ਆਪਣੇ ਸ਼ਬਦਾਂ ਦੇ ਵਿੱਚ ਵਿਆਖਿਆ ਕਰੋ, ਹਾਊ ਦਾ ਪ੍ਰੋਫੈਸਰ ਚੇਂਜਡ ਦਾ ਟੋਟਲ ਐਟੀਟਿਊਡ ਆਫ ਦਾ ਸਟੂਡੈਂਟ। ਕਿਵੇਂ ਪ੍ਰੋਫੈਸਰ ਨੇ ਬਦਲ ਦਿੱਤਾ ਪੂਰਾ ਰਵੱਈਆ, ਉਸ ਵਿਦਿਆਰਥੀ ਦਾ ਪੂਰਾ ਰਵੱਈਆ ਕਿਵੇਂ ਬਦਲ ਦਿੱਤਾ। ਆਨਸਰ ਹੈ, ਦਾ ਪ੍ਰੋਫੈਸਰ ਡਿਸਕ੍ਰਾਈਬਡ ਇਨ ਦਾ ਕਲਾਸ, ਪ੍ਰੋਫੈਸਰ ਨੇ ਵਿਆਖਿਆ ਕੀਤੀ ਕਲਾਸ ਦੇ ਵਿੱਚ, ਹਾਊ ਐਨ ਐਵਰੇਜ ਮੈਨ ਫੇਲਸ, ਕਿ ਕਿਵੇਂ ਇੱਕ ਜੋ ਐਵਰੇਜ ਮੈਨ ਹੈ ਉਹ ਕਿਵੇਂ ਫੇਲ ਹੁੰਦਾ ਹੈ। ਬਿਕੋਜ਼ ਹੀ ਡਜ਼ ਨਾਟ ਲਰਨ ਟੂ ਕੰਟਰੋਲ ਹਿਜ਼ ਪਾਵਰਸ, ਕਿਉਂਕਿ ਉਹ ਆਪਣੀਆਂ ਸ਼ਕਤੀਆਂ ਨੂੰ ਕੰਟਰੋਲ ਕਰਨਾ ਨਹੀਂ ਸਿੱਖਦਾ। ਦਾ ਪ੍ਰੋਫੈਸਰ ਗੇਵ ਸਮ ਐਗਜ਼ਾਮਪਲਸ, ਪ੍ਰੋਫੈਸਰ ਨੇ ਕੁਝ ਉਦਾਹਰਨਾਂ ਵੀ ਦਿੱਤੀਆਂ। ਦਾ ਸਟੂਡੈਂਟ ਰਿਅਲਾਈਜ਼ਡ, ਵਿਦਿਆਰਥੀ ਨੇ ਮਹਿਸੂਸ ਕੀਤਾ, ਦਾ ਕਾਜ਼ ਆਫ ਹਿਜ਼ ਓਨ ਫੇਲਰਸ, ਆਪਣੀ ਅਸਫਲਤਾ ਦਾ ਕਾਰਨ ਵਿਦਿਆਰਥੀ ਨੇ ਮਹਿਸੂਸ ਕਰ ਲਿਆ ਸੀ। ਐਂਡ ਹਿਜ਼ ਐਟੀਟਿਊਡ ਟੂਵਰਡ ਲਾਈਫ ਚੇਂਜਡ ਟੋਟਲੀ, ਅਤੇ ਉਸਦਾ ਜੋ ਰਵੱਈਆ ਸੀ ਜੀਵਨ ਦੇ ਪ੍ਰਤੀ ਉਹ ਪੂਰੀ ਤਰ੍ਹਾਂ ਬਦਲ ਗਿਆ। ਨੈਕਸਟ ਕੁਐਸਚਨ ਹੈ ਬੇਟਾ, ਰਾਈਟ ਅ ਸਮਾਲ ਪੈਰਾਗ੍ਰਾਫ, ਇੱਕ ਛੋਟਾ ਪੈਰਾਗ੍ਰਾਫ ਲਿਖੋ
ਔਨ ਦਾ ਪ੍ਰੋਪਰ ਯੂਜ਼ ਆਫ ਹਿਊਮਨ ਐਨਰਜੀ। ਮਨੁੱਖੀ ਊਰਜਾ ਦੇ ਉੱਤੇ ਇੱਕ ਜੋ ਪੈਰਾਗ੍ਰਾਫ ਆਪਾਂ ਲਿਖਣਾ ਉਸਦੇ ਪ੍ਰੋਪਰ ਯੂਜ਼ ਉੱਤੇ, ਵੀ ਸਹੀ ਵਰਤੋਂ ਉੱਤੇ, ਵੀ ਮਨੁੱਖੀ ਊਰਜਾ ਦੀ ਸਹੀ ਵਰਤੋਂ ਦੇ ਉੱਤੇ ਇੱਕ ਸਮਾਲ ਪੈਰਾਗ੍ਰਾਫ ਲਿਖਣਾ ਹੈ ਆਪਾਂ। ਆਂਸਰ ਹੈ ਐਵਰੀ ਹਿਊਮਨ ਬੀਇੰਗ ਹੈਜ਼ ਅ ਬਿਗ ਸਟੋਰ ਆਫ ਐਨਰਜੀ। ਜਿਵੇਂ ਆਪਾਂ ਛੋਟੇ ਕੁਐਸਚਨਾਂ ਦੇ ਵਿੱਚ ਕੀਤਾ ਸੀ ਕਿ ਹਰ ਇੱਕ ਮਨੁੱਖ ਇੱਕ ਵੱਡਾ ਸਰੋਤ ਰੱਖਦਾ ਹੈ ਊਰਜਾ ਦਾ, ਬਟ ਐਨ ਐਵਰੇਜ ਮੈਨ ਯੂਜ਼ਸ, ਪਰ ਜੋ ਇੱਕ ਐਵਰੇਜ ਮੈਨ ਹੈ ਉਹ ਕੀ ਵਰਤਦਾ ਹੈ, ਓਨਲੀ 20% ਆਫ ਹਿਸ ਮੈਂਟਲ ਪਾਵਰ, ਕੇਵਲ 20% ਹੀ ਵਰਤਦਾ ਹੈ ਆਪਣੀ ਮੈਂਟਲ ਪਾਵਰ ਦਾ। ਦ ਰੈਸਟ ਆਫ ਇਟ, ਬਾਕੀ ਹਿੱਸਾ ਹੈ ਜੋ ਇਸਦਾ, ਰਿਮੇਨਸ ਅਨਯੂਜ਼ਡ, ਉਹ ਅਨਯੂਜ਼ਡ ਹੀ ਪਿਆ ਰਹਿੰਦਾ ਹੈ, ਅਣਵਰਤਿਆ ਹੀ ਪਿਆ ਰਹਿੰਦਾ ਹੈ। ਇਫ ਹਿਊਮਨ ਬੀਇੰਗਸ ਲਰਨ, ਜੇਕਰ ਮਨੁੱਖ ਸਿੱਖ ਲੈਣ, ਟੂ ਯੂਜ਼ ਦਿਸ ਅਨਯੂਜ਼ਡ ਪਾਵਰਸ, ਇਹਨਾਂ ਅਣਵਰਤੀਆਂ ਸ਼ਕਤੀਆਂ ਨੂੰ ਵਰਤਣਾ ਸਿੱਖ ਲੈਣ, ਦੇ ਕੈਨ ਫੇਸ ਐਨੀ ਪ੍ਰੋਬਲਮ, ਉਹ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਸਕਦੇ ਹਨ। ਨੈਕਸਟ ਕੁਐਸਚਨ ਹੈ ਰਿਲੇਟ ਦਾ ਇੰਸੀਡੈਂਟ ਆਫ ਨਾਰਥ ਵੁਡਸ, ਜੋ ਨਾਰਥ ਦੇ ਜੰਗਲਾਂ ਦੀ ਘਟਨਾ ਸੀ ਉਸ ਦੇ ਬਾਰੇ ਆਪਣਾ ਦੱਸਣਾ ਹੈ। ਰਿਲੇਟ ਦਾ ਇੰਸੀਡੈਂਟ ਆਫ ਨਾਰਥ ਵੁਡਸ ਇਨ ਯੂਅਰ ਓਨ ਵਰਡਸ, ਆਪਣੇ ਸ਼ਬਦਾਂ ਦੇ ਵਿੱਚ ਦੱਸੋ। ਆਂਸਰ ਹੈ ਵੰਸ the author was staying in a lonely cabin in the north woods, ਇੱਕ ਵਾਰ ਲੇਖਕ ਰੁਕਿਆ ਹੋਇਆ ਸੀ ਇੱਕ ਇਕੱਲੀ ਕੈਬਨ ਦੇ ਵਿੱਚ, in the north woods, ਨਾਰਥ ਦੇ ਜੰਗਲਾਂ ਦੇ ਵਿੱਚ। the night was very dark, ਰਾਤ ਬਹੁਤ ਹਨੇਰੀ ਸੀ। the author heard some noises outside his cabin, ਲੇਖਕ ਨੇ ਆਪਣੀ ਕੈਬਨ ਦੇ ਬਾਹਰ ਕੁਝ ਆਵਾਜ਼ਾਂ ਸੁਣੀਆਂ। He controlled his fear, ਉਸਨੇ ਆਪਣੇ ਡਰ ਉੱਤੇ ਕਾਬੂ ਕੀਤਾ, and flung the door open, ਅਤੇ ਝਟਕੇ ਨਾਲ ਦਰਵਾਜ਼ਾ ਖੋਲ ਦਿੱਤਾ। He found there only a little chipmunk, ਉਸਨੇ ਦੇਖੀ ਉੱਥੇ ਕੇਵਲ ਇੱਕ ਛੋਟੀ ਜਿਹੀ ਗਿਲਹਰੀ, that at once ran off into the darkness, ਜਿਹੜੀ ਉਸੇ ਸਮੇਂ ਹਨੇਰੇ ਵਿੱਚ ਦੌੜ ਗਈ। ਨੈਕਸਟ ਕੁਐਸਚਨ ਹੈ ਬੇਟਾ, ਰਾਈਟ ਇਨ ਬਰੀਫ, ਥੋੜੇ ਸ਼ਬਦਾਂ ਦੇ ਵਿੱਚ ਲਿਖੋ ਦ ਮੈਸੇਜ ਗਿਵਨ ਬਾਈ ਮਿਸਟਰ ਕਗਾਵਾ, ਜੋ ਮਿਸਟਰ ਕਗਾਵਾ ਨੇ ਸੰਦੇਸ਼ ਦਿੱਤਾ ਉਸਨੂੰ ਤੁਸੀਂ ਥੋੜੇ ਸ਼ਬਦਾਂ ਦੇ ਵਿੱਚ ਲਿਖਣਾ ਹੈ। ਮਿਸਟਰ ਕਗਾਵਾ ਸੈਡ ਦੈਟ, ਮਿਸਟਰ ਕਗਾਵਾ ਨੇ ਕਿਹਾ ਕਿ ਵੀ ਮਸਟ ਹੈਵ ਫੇਥ ਇਨ ਗੋਡ, ਸਾਨੂੰ ਜ਼ਰੂਰ ਰੱਬ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਵੀ ਮਸਟ ਹੈਵ ਫੇਥ ਦੈਟ ਗੋਡ ਇਜ਼ ਆਲਵੇਜ਼ ਵਿਦ ਅਸ ਐਂਡ ਕੇਅਰਸ ਫॉर ਅਸ, ਸਾਨੂੰ ਜ਼ਰੂਰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਹਮੇਸ਼ਾ ਸਾਡੇ ਨਾਲ ਹੈ ਅਤੇ ਸਾਡੀ ਦੇਖਭਾਲ ਕਰਦਾ ਹੈ। ਸੱਚ ਫੇਥ, ਇਸ ਤਰ੍ਹਾਂ ਦਾ ਵਿਸ਼ਵਾਸ ਕੈਨ ਗਿਵ ਅਸ ਰੀਅਲ ਪੀਸ ਆਫ ਮਾਈਂਡ, ਸਾਨੂੰ ਕੀ ਦੇ ਸਕਦਾ ਹੈ, ਅਸਲੀ ਮਨ ਦੀ ਸ਼ਾਂਤੀ ਦੇ ਸਕਦਾ ਹੈ। ਐਂਡ ਐਸਕੇਪ ਫਰੋਮ ਆਲ ਫੀਅਰਸ, ਅਤੇ ਹਰ ਤਰ੍ਹਾਂ ਦੇ ਡਰ ਤੋਂ ਸਾਨੂੰ ਮੁਕਤੀ ਦੇ ਸਕਦਾ ਹੈ। ਓਕੇ ਸਟੂਡੈਂਟਸ, ਇੱਥੇ ਆਪਣਾ ਇਹ ਜੋ ਸ਼ਾਰਟ ਕੁਐਸਚਨ ਸਨ ਅਤੇ ਲੌਂਗ ਕੁਐਸਚਨ ਸਨ ਉਹਨਾਂ ਦੀ ਪੰਜਾਬੀ ਮੈਂ ਤੁਹਾਨੂੰ ਕਰਵਾ ਦਿੱਤੀ ਹੈ। ਆਸ ਕਰਦਾ ਹਾਂ ਕਿ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸਾਰੇ ਕੁਐਸਚਨ ਸਮਝ ਲੱਗ ਗਏ ਹੋਣਗੇ। ਓਕੇ ਸਟੂਡੈਂਟਸ, ਗੁੱਡ ਬਾਏ।